ਹਰ ਭਰ ਦੇ ਮਨੁੱਖ ਸੁੱਖਾਂ ਦੀ ਪ੍ਰਾਪਤੀ ਲਈ ਦਿਨ ਰਾਤ ਯਤਨਸ਼ੀਲ ਰਹਿੰਦੇ ਆ ਅਤੇ ਸਾਰਾ ਜੀਵਨ ਯਤਨ ਕਰਦੇ ਰਵਾਂਗੇ। ਸਾਡੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੌਜਵਾਨਾਂ ਦਾ ਟੀਚਾ ਉੱਚੀਆਂ ਵੱਡੀਆਂ ਡਿਗਰੀਆਂ ਦੀ ਪ੍ਰਾਪਤੀ ਕਰਨੀ, ਵੱਡੀਆਂ ਵੱਡੀਆਂ ਨੌਕਰੀਆਂ ਮਿਲ ਜਾਣ ਸਾਨੂੰ, ਪੈਸਾ ਤੇ ਪੈਸਾ, ਪੈਸੇ ਦੇ ਨਾਲ ਖਰੀਦੇ ਪਦਾਰਥ ਤੇ ਪਦਾਰਥਾਂ ਤੋਂ ਸੁੱਖ ਦੀ ਪ੍ਰਾਪਤੀ, ਇਹੋ ਕੁਝ ਚਾਹੁੰਦੇ ਹਾਂ ਅਸੀਂ। ਪਹਿਲਾਂ ਅਸੀਂ ਪੜ੍ਹਦੇ ਹਾਂ, ਪੜ੍ਹਨ ਕਰਕੇ ਸਾਨੂੰ ਡਿਗਰੀਆਂ ਪ੍ਰਾਪਤ ਹੋ ਜਾਣ ਯੂਨੀਵਰਸਿਟੀਆਂ 'ਚ ਜਾ ਕੇ, ਫਿਰ ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਨੌਕਰੀਆਂ ਮਿਲ ਜਾਣ। ਨੌਕਰੀਆਂ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਪੈਸਾ ਕਮਾ ਲਈਏ, ਪੈਸਾ ਕਮਾ ਕੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਪਦਾਰਥ ਐਸੇ ਖਰੀਦ ਲਈਏ ਜਿਹਦੇ ਨਾਲ ਸਾਡਾ ਜਿਹੜਾ ਜੀਵਨ ਆ ਉਹ ਸੁਖੀ ਰਵੇ। ਵਪਾਰ ਵੀ ਇਸੇ ਅਕਸ ਦੇ ਨਾਲ ਕੀਤਾ ਜਾਂਦਾ ਹੈ। ਜਿਹੜੇ ਲੋਕ ਵਪਾਰ ਕਰਦੇ ਨੇ ਵਪਾਰੀ ਲੋਕ ਨੇ, ਕਿਉਂਕਿ ਬਹੁਤ ਧਨ ਕਮਾਇਆ ਜਾਵੇ ਤੇ ਸੁੱਖਾਂ ਦੇ ਸਾਧਨ ਦੁਨਿਆਵੀ ਪਦਾਰਥ ਕਹਿੰਦੇ ਕੋਠੀਆਂ ਕਾਰਾਂ ਇਤਿਹਾਸਕ ਖਰੀਦੇ ਜਾਣ, ਇਹਨਾਂ ਤੋਂ ਸੁੱਖ ਲਿਆ ਜਾਵੇ। ਇਹੋ ਸਾਡੀ ਮਨ ਦੀ ਸੋਚ ਹੁੰਦੀ ਆ ਵੀ ਬਸ ਕੋਠੀਆਂ ਖਰੀਦ ਲਈਏ, ਕਾਰਾਂ ਖਰੀਦ ਲਈਏ, ਉੱਚੀਆਂ ਪਦਵੀਆਂ ਕਹਿੰਦੇ ਰਾਜਨੀਤਿਕ ਤਾਕਤਾਂ, ਸਭ ਦਾ ਮਕਸਦ ਵੱਧ ਤੋਂ ਵੱਧ ਸੁੱਖਾਂ ਲਈ ਤਰਲਾ ਹੀ ਹੈ। ਮਹਾਰਾਜ ਸਾਨੂੰ ਸਮਝਾਉਂਦੇ ਨੇ, ਸਾਨੂੰ ਸੇਧ ਦਿੰਦੇ ਨੇ, ਅਸੀਂ ਸਭ ਸੁੱਖਾਂ ਦੀ ਭਾਲ ਵਿੱਚ ਵਿਆਕੁਲ ਹੋ ਰਹੇ ਹਾਂ। ਕਹਿੰਦੇ ਦੁੱਖ ਦਾ ਕੋਈ ਨਹੀਂ ਮੰਗਦਾ, ਸਾਰੇ ਸੁੱਖ ਹੀ ਭਾਲਦੇ ਨੇ, ਸੁੱਖ ਹੀ ਭਾਲਦੇ ਫਿਰਦੇ ਨੇ। ਦੁੱਖਾਂ ਵਿੱਚ ਕਿਵੇਂ ਫਸ ਜਾਂਦੇ ਆ ਅਸੀਂ? ਭਾਲਦੇ ਸਾਰੇ ਅਸੀਂ ਸੁੱਖਾਂ, ਪਰ ਦੁੱਖਾਂ ਦੇ ਵਿੱਚ ਫਸ ਜਾਂਦੇ ਆ। ਅਸਲੀਅਤ ਇਹਦਾ ਇਹ ਹੈ ਕਿ ਦੁਨਿਆਵੀ ਮਾਇਕ ਪਦਾਰਥ ਸਾਡੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਕ ਹੋ ਸਕਦੇ ਨੇ, ਪਰ ਸੱਚੇ ਸਦੀਵ ਸੁੱਖ ਦਾ ਸਾਧਨ ਨਹੀਂ ਆ। ਸੱਚਾ ਸੁੱਖਾਂ ਦਾ ਅੰਦਰੂਲੀ ਮਨ ਦੀ ਅਵਸਥਾ ਹੈ। ਮਾਇਕ ਸੰਸਾਰ ਦੀ ਹੀ ਐਸੀ ਖੇਡ ਹੈ। ਇਹਦੇ ਰੁੱਖ ਨੂੰ ਤ੍ਰਿਸ਼ਨਾ ਕਹਿੰਦੇ ਆ, ਈਰਖਾ ਕਹਿੰਦੇ ਆ, ਦੁਵੈਸ਼ ਕਹਿੰਦੇ ਆ, ਬੈਰ ਵਿਰੋਧ ਤੇ ਫਲ ਅਵਸ ਲੱਗਦੇ ਨੇ। ਇਹ ਤੋਂ ਨਿਰਾਸ਼ਤਾ ਦਾ ਦੁੱਖ ਪੈਦਾ ਹੁੰਦਾ ਹੈ। ਜਦੋਂ ਕਿਸੇ ਨਾਲ ਈਰਖਾ ਕਰਾਂਗੇ, ਦੁਵੈਸ਼ ਕਰਾਂਗੇ, ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਬਲ ਜਾਵੇਗੀ, ਫਿਰ ਕੀ ਮਿਲੇਗਾ? ਦੁੱਖ। ਪਦਾਰਥਾਂ ਵਿੱਚੋਂ ਸਦੀਵ ਸੱਚਾ ਸੁੱਖ ਭਾਲਣਾ ਸਾਡੀ ਅਗਿਆਨਤਾ ਹੈ। ਸੱਚਾ ਸੁੱਖ ਤਾਂ ਮਨ ਦੀ ਅਡੋਲ ਸਹਿਮਈ ਆਨੰਦਮਈ ਅਵਸਥਾ ਤੋਂ ਪੈਦਾ ਹੁੰਦਾ, ਸਿਆਣੇ ਕਹਿੰਦੇ ਆ। ਜਿਹਦਾ ਭੇਦ ਤੇ ਗਿਆਨ ਗੁਰੂ ਦੇ ਸ਼ਬਦ ਤੋਂ ਮਿਲਦਾ, ਮਹਾਰਾਜ ਕਹਿੰਦੇ। ਇਹਦਾ ਭਾਵ ਇਹ ਨਹੀਂ ਕਿ ਕਿਰਤ ਕਰਨੀ ਤਾਂ ਮਨੁੱਖ ਦਾ ਪਹਿਲਾ ਕਰਤੱਵ ਹੈ। ਦੂਜਾ ਨਾਮ ਜਪਣਾ, ਤੀਜਾ ਵੰਡ ਕੇ ਛਕਣਾ। ਗੁਰੂ ਨਾਨਕ ਦੇਵ ਜੀ ਦਾ ਸੁਨਹਿਰੀ ਅਸੂਲ ਸੀਗਾ। ਕੀ ਕਹਿੰਦੇ ਸੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ? ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਗੁਰੂ ਨਾਨਕ ਪਾਤਸ਼ਾਹ ਇਹ ਗੱਲ ਸਮਝਾਇਆ ਕਰਦੇ ਸਨ। ਮਾਇਆ ਬੁਰੀ ਨਹੀਂ ਆ, ਮਾਇਆ ਦਾ ਜਿਹੜਾ ਮੋਹ ਹੈ, ਮਾਇਆ ਦੇ ਨਾਲ ਜਿਹੜਾ ਅਸੀਂ ਮੋਹ ਪਾਲਿਆ ਉਹ ਬੁਰਾ ਹੈ। ਇਹ ਤਾਂ ਖੋਟਾ ਵਪਾਰ ਬੁਰਾ ਹੈ, ਤ੍ਰਿਸ਼ਨਾ ਲਾਲਚ ਬੁਰੀ ਹੈ, ਜਿਸ ਕਾਰਨ ਕਹਿੰਦੇ ਮਨੁੱਖ ਹਰ ਤਰ੍ਹਾਂ ਦੇ ਬਲ ਛਲ ਫਰੇਬ ਕਪਟ ਠੱਗੀਆਂ ਪਾਪ ਕਰਕੇ ਮਾਇਆ ਦੇ ਅੰਬਾਰ ਇਕੱਠੇ ਕਰਦਾ ਹੈ ਸੁੱਖਾਂ ਦੀ ਭਾਲ ਦੇ ਲਈ। ਪਰ ਕਹਿੰਦੇ ਪ੍ਰਾਪਤ ਹੁੰਦਾ ਦੁੱਖ। ਕਰਦਾ ਸੁੱਖਾਂ ਵਾਸਤੇ ਹੈ, ਪਰ ਦੁੱਖ ਪ੍ਰਾਪਤ ਹੁੰਦਾ ਹੈ। ਦੁੱਖ ਵਿਚੋਲਾ ਕਾਲ, ਕੋਠੜੀਆਂ ਲੋਕ ਪਰਲੋਕ ਦੋਹਾਂ ਵਿੱਚ ਬਦਨਾਮੀ ਤੇ ਨਿਵੋਸ਼ੀ। ਇਸ ਖੋਟੇ ਵਪਾਰ ਨੂੰ ਗੁਰੂ ਮਹਾਰਾਜ ਜੀ ਨੇ ਸਪਸ਼ਟ ਕਰਦੇ ਹੋਏ ਫਰਮਾਨ ਕੀਤਾ ਹੈ। ਕਹਿੰਦੇ ਜਦੋਂ ਮਨੁੱਖ ਮਾਇਆ ਨੂੰ ਲੋੜਾਂ ਲਈ ਨਹੀਂ ਸਗੋਂ ਭੋਗਾਂ ਲਈ ਵਰਤਦਾ ਤਾਂ ਭੋਗਾਂ ਦੇ ਸੁੱਖ ਤੋਂ ਦੁੱਖ, ਰੋਗ ਤੇ ਬੁਖਾਰੀ ਪੈਦਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ
ਅਸਲੀਅਤ ਇਹ ਹੈ ਕਿ ਮਨੁੱਖ ਕੇਵਲ ਸਰੀਰ ਨਹੀਂ ਹੈ। ਜਿਹੜਾ ਮਨੁੱਖ ਹੈ ਕੇਵਲ ਸਰੀਰ ਨਹੀਂ ਹੈ, ਇਹ ਸਰੀਰ ਤੇ ਆਤਮਾ ਦਾ ਸੁਮੇਲ ਹੈ, ਦੋਨਾਂ ਦਾ। ਪ੍ਰਭੂ ਨੇ ਸੰਸਾਰ ਖੇਡ ਚਾਲਣ ਲਈ ਇਹ ਸੰਜੋਗ ਵਿੱਚ ਹਉਮੈ ਦੀ ਦੁਸ਼ਟੀ ਪਾ ਦਿੱਤੀ ਤੇ ਮਨੁੱਖ ਨੂੰ ਸੰਸਾਰ ਯਾਤਰਾ ਲਈ ਘੱਲਿਆ ਵੀ ਜਾ ਸੰਸਾਰ ਦੇ ਵਿੱਚ ਜਾ ਕੇ ਯਾਤਰਾ ਕਰ। ਹੁਣ ਆਪਾਂ ਇੱਥੇ ਕੀ ਕਰਨ ਲਈ ਆਏ ਆ? ਸੰਸਾਰ ਤੇ ਯਾਤਰਾ। ਇਹਨੇ ਆਪਣੇ ਮੂਲ ਦੀ ਪਛਾਣ ਕਰਨੀ ਹੈ। ਹੁਣ ਸੰਤ ਮਹਾਂਪੁਰਸ਼ ਗੁਰੂ ਕੀ ਬਾਣੀ ਸਾਨੂੰ ਐਸਾ ਗਿਆਨ ਤੇ ਪਛਾਣ ਬਖਸ਼ਦੇ ਹਨ, ਪਰ ਹਉਮੈ ਕਾਰਨ ਕਹਿੰਦੇ ਮਨੁੱਖ ਹੈ ਜਿਹੜਾ ਇਹ ਅਗਿਆਨਤਾ ਵਸ ਮੈਂ ਮੇਰੀ ਦਾ ਸੰਸਾਰ ਰਚ ਲੈਂਦਾ ਹੈ। ਮੈਂ ਮੇਰੀ ਦਾ ਸੰਸਾਰ ਕਿੱਦਾਂ ਰਚ ਲੈਂਦਾ ਹੈ? ਕਹਿੰਦੇ ਆ ਵੀ ਮੇਰਾ, ਉਹ ਵੀ ਮੇਰਾ, ਮੇਰੇ ਧੀਆਂ, ਮੇਰੇ ਪੁੱਤਰ, ਸਾਰਾ ਕੁਝ ਮੈਂ ਮੇਰੀ ਵਿੱਚ ਰਚ ਲੈਂਦਾ ਹੈ। ਕਹਿੰਦੇ ਇੰਨਾ ਮਸਤ ਹੋ ਕੇ ਕਹਿੰਦੇ ਮਾਇਕ ਪਦਾਰਥਾਂ ਤੇ ਸੁੱਖ ਭਾਲਦਾ ਹੈ, ਕਹਿੰਦੇ ਦੁੱਖਾਂ ਦਾ ਨਰਕੀ ਜੀਵਨ ਭੋਗਣ ਲੱਗ ਜਾਂਦਾ ਹੈ। ਅੰਤ ਦੇ ਵਿੱਚ ਵੇਖਦੇ ਹੋ ਤੁਸੀਂ, ਪਹਿਲਾਂ ਧੀਆਂ ਪੁੱਤਰ ਕਹਿੰਦਾ, ਫਿਰ ਬਾਅਦ ਚ ਜਾ ਕੇ ਇੰਨਾ ਕਿ ਕਹਿੰਦੇ ਦੁੱਖਾਂ ਦੇ ਵਿੱਚ ਪੈ ਜਾਂਦੇ, ਕਹਿੰਦੇ ਨਰਕੀ ਜੀਵਨ ਭੋਗਦਾ। ਫਿਰ ਜਦੋਂ ਅੰਤ ਸਮੇਂ ਬੁਢੇਪਾ ਆ ਜਾਂਦਾ, ਉਹ ਮੋਹ ਦੇ ਵਿੱਚ ਹੀ ਇੰਨਾ ਫਸ ਜਾਂਦਾ ਕਹਿੰਦੇ ਬੰਦਾ। ਫਿਰ ਕਹਿੰਦੇ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਕੀ ਕਰਨਾ ਚਾਹੀਦਾ ਹੈ? ਕਹਿੰਦੇ ਉਹ ਜੀਵਨ ਦਾ ਸੱਚ ਸਦੀਵ ਸੁਖ ਜਿਹੜਾ ਆਨੰਦ ਸਹਿਜ ਮਾਣ ਸਕੀਏ, ਇਹ ਸੇਧ ਅਸੀਂ ਮਹਾਂਪੁਰਸ਼ਾਂ ਤੋਂ ਲੈਣੀ ਹੈ, ਸੰਤਾਂ ਤੋਂ ਲੈਣੀ ਹੈ। ਗੁਰਬਾਣੀ ਅਨੁਸਾਰ ਕਹਿੰਦੇ ਜੀਵਨ ਦੇ ਲੱਖਾਂ ਭ੍ਰਮਣਾਂ ਤੋਂ ਬਾਅਦ ਕਹਿੰਦੇ ਮਨੁੱਖਾ ਜਨਮ ਮਿਲਦਾ। ਕਹਿੰਦੇ ਦੁਰਲਭ ਹੈ ਇਹ ਜੀਵਨ ਦਾ ਮਨੋਰਥ, ਕਹਿੰਦੇ ਸਿਮਰਨ ਤੇ ਸੇਵਾ ਰਾਈ ਨਾਮ ਨੂੰ ਕਹਿੰਦੇ ਹਿਰਦੇ 'ਚ ਵਸਾ ਕੇ ਪਰਮ ਪਦ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਮਾਰੇ ਕਹਿੰਦੇ 184 ਭਰਮ ਤਿਆਂ ਦੁਰਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਇਹ ਜੀਵਨ ਅਮੋਲਕ ਵਸਤੂ ਹੈ, ਜੀਵਨ ਕਾਲ ਸੀਮਤ ਹੈ। ਮਾਇਕ ਦੌੜ ਵਿੱਚ ਬੁਰੇ ਕੰਮਾਂ ਵਿੱਚ ਇਹਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਮਾੜੇ ਕੰਮਾਂ ਵਿੱਚ ਪੈ ਕੇ ਜੀਵਨ ਨੂੰ ਕਹਿੰਦੇ ਨਸ਼ਟ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ਦੀ ਰਾਤ ਕਹਿੰਦੇ ਮੁੱਕਦੀ ਜਾ ਰਹੀ ਹੈ, ਦਿਨੋਂ ਦਿਨ ਕਹਿੰਦੇ ਜਿਹੜਾ ਸਾਨੂੰ ਪਰਮੇਸ਼ਰ ਨੇ ਸਮਾਂ ਦਿੱਤਾ ਹੈ ਉਹ ਬੀਤਦਾ ਜਾ ਰਿਹਾ ਹੈ। ਪ੍ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ, ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਘੜੇ ਦੇ ਵਿੱਚ ਪਾਣੀ ਪਾ ਦਿੱਤਾ। ਹੁਣ ਧਿਆਨ ਦਿਓ ਕੀ ਕਹਿੰਦੇ ਨੇ ਮਹਾਰਾਜ, ਕਹਿੰਦੇ ਘੜੇ ਦੇ ਵਿੱਚ ਪਾਣੀ ਪਾ ਦਿੱਤਾ, ਉਹ ਤਿਪ 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 ਕਰਦਾ, ਕਹਿੰਦੇ ਉਹ ਸਾਡਾ ਘੜਾ ਹੀ ਖਾਲੀ ਹੋ ਗਿਆ। ਕਹਿੰਦੇ ਪ੍ਰਾਨੀ ਨੂੰ ਕਹਿੰਦੇ ਲਾਹਾ ਲੈਣ ਵਾਸਤੇ ਇੱਥੇ ਸੰਸਾਰ ਦੇ ਵਿੱਚ ਭੇਜਿਆ ਵੀ ਜਾ ਕੇ ਪਰਮੇਸ਼ਰ ਦਾ ਸਿਮਰਨ ਕਰ। ਇਹਨੇ ਕੀ ਕੀਤਾ? ਇਹਨੇ ਦਿਨੋਂ ਦਿਨ ਸਵਾਸ ਆਪਣੇ ਜਿਹੜੇ ਪ੍ਰਮਾਤਮਾ ਨੇ ਬਖਸ਼ੇ ਸੀ ਉਹ ਸਾਰੇ ਬੇਅਰਥ ਗਵਾ ਲਏ। ਗੁਰੂ ਜੀ ਚੇਤਨ ਹੀ ਕਰਦੇ ਨੇ ਜਿਸ ਮਹੱਤਵ ਦੇ ਲਈ ਤੁਸੀਂ ਸੰਸਾਰ ਦੇ ਵਿੱਚ ਆਏ ਹੋ ਉਹ ਉਪਾਸਨ ਕਰੋ। ਨਿਜ ਘਰ ਵਿੱਚ ਵਿਚਾਰ ਕਰਕੇ ਸੁਖ ਸਹਿਜ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰੋ। ਵੀ ਅਸੀਂ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ ਆ? ਸੰਸਾਰ ਦੇ ਵਿੱਚ ਸਹਿਜ ਆਨੰਦ ਦੀ ਅਵਸਥਾ ਪ੍ਰਾਪਤ ਕਰੋ। ਹੈ ਕਿਸੇ ਨੂੰ ਆਨੰਦ? ਸਾਰੇ ਭਟਕਦੇ ਹੀ ਫਿਰਦੇ ਆ। ਕੋਈ ਧੀ ਕਰਕੇ ਦੁਖੀ ਹੈ, ਕੋਈ ਪੁੱਤ ਕਰਕੇ ਦੁਖੀ ਹੈ, ਕੋਈ ਪਿਓ ਕਰਕੇ ਦੁਖੀ ਹੈ, ਕੋਈ ਘਰ ਵਾਲੀ ਕਰਕੇ ਦੁਖੀ ਹੈ। ਸਾਰੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਦੁਖੀ ਹੈ। ਤੇ ਮਹਾਰਾਜ ਕੀ ਕਹਿੰਦੇ? ਜਾ ਕੋ ਆਏ ਸੋਈ ਵਿਹਾਜਿਓ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਗੋ ਫੇਰਾ। ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਨੇ
ਕਿ ਸੰਤਾਂ ਸਾਧੂਆਂ ਨਾਮ ਅਭਿਆਸੀਆਂ ਦੀ ਸੰਗਤ ਕਰਾਉਂਦੇ ਨੇ। ਸੰਗਤ ਵਿੱਚ ਨਾਮ ਜਪ ਰਾਹੀ ਗੋਬਿੰਦ ਦੀ ਪ੍ਰਾਪਤੀ ਹੋ ਜੇਗੀ ਤੈਨੂੰ। ਸਤ ਸੰਗਤ ਦੇ ਵਿੱਚੋਂ ਕਹਿੰਦੇ ਹਰੀ ਦਾ ਨਾਮ ਜਪ, ਫਿਰ ਤੈਨੂੰ ਗੋਬਿੰਦ ਰਾਮ ਮੁਰਾਰ ਦੀ ਕਹਿੰਦੇ ਪ੍ਰਾਪਤੀ ਹੋਵੇਗੀ, ਨਹੀਂ ਹੋਣੀ। ਜੀਵਨ ਮਨੋਰਥ ਨੂੰ ਸਮਝਣ ਤੋਂ ਬਿਨਾ ਕਹਿੰਦੇ ਜਿਹੜਾ ਮਨੁੱਖ ਦਾ ਜਗਤ ਦੇ ਵਿੱਚ ਆਉਣਾ ਬੇਅਰਥ ਜਾਣੋ, ਉਹ ਕਿਸੇ ਕੰਮ ਦਾ ਨਹੀਂ। ਮਹਾਰਾਜ ਕਹਿੰਦੇ ਆ